ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਇਸ ਵਾਰ ਜਦੋਂ ਮੈਂ ਮਨ ਕੀ ਬਾਤ ਦੇ ਲਈ ਜੋ ਵੀ ਚਿੱਠੀਆਂ ਆਉਂਦੀਆਂ ਨੇ, ਕਮੈਂਟਸ ਆਉਂਦੇ ਨੇ, ਭਾਂਤ-ਭਾਂਤ ਦੇ ਇਨਪੁਟ ਮਿਲਦੇ ਨੇ, ਜਦੋਂ ਉਨ੍ਹਾਂ ਵੱਲ ਨਜ਼ਰ ਦੌੜਾ ਰਿਹਾ ਸੀ ਤਾਂ ਕਈ ਲੋਕਾਂ ਨੇ ਬੜੀ ਮਹੱਤਵਪੂਰਨ ਗੱਲ ਯਾਦ ਕੀਤੀ। ਮਾਈਗੋਵ ਤੇ ਆਰੀਅਨ ਸ਼੍ਰੀ, ਬੈਂਗਲੁਰੂ ਤੋਂ ਅਨੂਪ ਰਾਵ, ਨੋਇਡਾ ਤੋਂ ਦੇਵੇਸ਼, ਥਾਣੇ ਤੋਂ ਸੁਜੀਤ, ਇਨ੍ਹਾਂ ਸਾਰਿਆਂ ਨੇ ਕਿਹਾ, ਮੋਦੀ ਜੀ, ਇਸ ਵਾਰੀ ਮਨ ਕੀ ਬਾਤ ਦਾ 75ਵਾਂ ਐਪੀਸੋਡ ਹੈ। ਇਸ ਦੇ ਲਈ ਤੁਹਾਨੂੰ ਵਧਾਈ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੰਨੀ ਬਰੀਕ ਨਜ਼ਰ ਨਾਲ ਮਨ ਕੀ ਬਾਤ ਨੂੰ ਫਾਲੋ ਕੀਤਾ ਹੈ ਅਤੇ ਤੁਸੀਂ ਜੁੜੇ ਰਹੇ ਹੋ। ਇਹ ਮੇਰੇ ਲਈ ਬਹੁਤ ਹੀ ਫ਼ਖਰ ਦੀ ਗੱਲ ਹੈ, ਆਨੰਦ ਦਾ ਵਿਸ਼ਾ ਹੈ। ਮੇਰੇ ਵੱਲੋਂ ਤੁਹਾਡਾ ਤਾਂ ਧੰਨਵਾਦ ਹੈ ਹੀ। ਮੈਂ ਮਨ ਕੀ ਬਾਤ ਦੇ ਸਾਰੇ ਸਰੋਤਿਆਂ ਦਾ ਆਭਾਰ ਵਿਅਕਤ ਕਰਦਾ, ਕਿਉਂਕਿ ਤੁਹਾਡੇ ਸਾਥ ਦੇ ਬਿਨਾਂ ਇਹ ਸਫ਼ਰ ਸੰਭਵ ਹੀ ਨਹੀਂ ਸੀ। ਇੰਝ ਲੱਗਦਾ ਹੈ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ, ਜਦੋਂ ਅਸੀਂ ਸਾਰਿਆਂ ਨੇ ਇਕੱਠਿਆਂ ਮਿਲ ਕੇ ਇਹ ਵਿਚਾਰਕ ਯਾਤਰਾ ਸ਼ੁਰੂ ਕੀਤੀ ਸੀ। ਉਦੋਂ 3 ਅਕਤੂਬਰ 2014 ਨੂੰ ਦੁਸਹਿਰੇ ਦਾ ਪਵਿੱਤਰ ਤਿਉਹਾਰ ਸੀ ਅਤੇ ਸੰਜੋਗ ਵੇਖੋ ਕਿ ਅੱਜ ਹੋਲਿਕਾ ਦਹਨ ਹੈ। एक दीप से जले दूसरा और राष्ट्र रोशन हो हमारा, ਇਸ ਭਾਵਨਾ ਤੇ ਚੱਲਦੇ ਹੋਏ ਅਸੀਂ ਇਹ ਰਸਤਾ ਤੈਅ ਕੀਤਾ ਹੈ। ਅਸੀਂ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਅਸਾਧਾਰਣ ਕਾਰਜਾਂ ਦੇ ਬਾਰੇ ਜਾਣਿਆ। ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਸਾਡੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਵੀ ਕਿੰਨੀ ਅਲੌਕਿਕ ਸਮਰੱਥਾ ਭਰੀ ਹੋਈ ਹੈ। ਭਾਰਤ ਮਾਂ ਦੀ ਗੋਦ ਵਿੱਚ ਕਿਹੋ ਜਿਹੇ ਰਤਨ ਪਲ ਰਹੇ ਨੇ। ਇਹ ਆਪਣੇ ਆਪ ਵਿੱਚ ਵੀ ਸਮਾਜ ਦੇ ਪ੍ਰਤੀ ਵੇਖਣ ਦਾ, ਸਮਾਜ ਨੂੰ ਜਾਣਨ ਦਾ, ਸਮਾਜ ਦੀ ਸਮਰੱਥਾ ਨੂੰ ਪਛਾਣਨ ਦਾ ਮੇਰੇ ਲਈ ਤਾਂ ਇੱਕ ਅਨੋਖਾ ਅਨੁਭਵ ਰਿਹਾ ਹੈ। ਇਨ੍ਹਾਂ 75 ਐਪੀਸੋਡਸ ਦੇ ਦੌਰਾਨ ਕਿੰਨੇ ਹੀ ਵਿਸ਼ਿਆਂ ਤੇ ਵਿਚਾਰ ਕੀਤਾ ਗਿਆ। ਕਦੀ ਨਦੀ ਦੀ ਗੱਲ, ਕਦੇ ਹਿਮਾਲਿਆ ਦੀਆਂ ਚੋਟੀਆਂ ਦੀ ਗੱਲ, ਕਦੇ ਰੇਗਿਸਤਾਨ ਦੀ ਗੱਲ, ਕਦੇ ਕੁਦਰਤੀ ਆਫ਼ਤ ਦੀ ਗੱਲ ਅਤੇ ਕਦੇ ਮਨੁੱਖੀ ਸੇਵਾ ਦੀਆਂ ਅਨੇਕਾਂ ਕਥਾਵਾਂ ਦਾ ਅਹਿਸਾਸ, ਕਦੇ ਟੈਕਨੋਲੋਜੀ ਦੀ ਖੋਜ, ਕਦੇ ਕਿਸੇ ਅਣਜਾਣ ਕੋਨੇ ਵਿੱਚ ਕੁਝ ਨਵਾਂ ਕਰ ਵਿਖਾਉਣ ਵਾਲੇ ਕਿਸੇ ਦੇ ਅਨੁਭਵ ਦੀ ਕਹਾਣੀ। ਹੁਣ ਤੁਸੀਂ ਵੇਖੋ, ਭਾਵੇਂ ਸਵੱਛਤਾ ਦੀ ਗੱਲ ਹੋਵੇ, ਭਾਵੇਂ ਸਾਡੇ ਹੈਰੀਟੇਜ ਨੂੰ ਸੰਭਾਲਣ ਦੀ ਚਰਚਾ ਹੋਵੇ, ਅਤੇ ਇੰਨਾ ਹੀ ਨਹੀਂ, ਖਿਡੌਣੇ ਬਣਾਉਣ ਦੀ ਗੱਲ ਹੋਵੇ, ਕੀ ਕੁਝ ਨਹੀਂ ਸੀ। ਸ਼ਾਇਦ ਕਿੰਨੇ ਵਿਸ਼ਿਆਂ ਨੂੰ ਅਸੀਂ ਛੂਹਿਆ ਹੈ, ਤਾਂ ਉਹ ਵੀ ਸ਼ਾਇਦ ਅਣਗਿਣਤ ਹੋ ਜਾਣਗੇ। ਇਸੇ ਦੌਰਾਨ ਅਸੀਂ ਸਮੇਂ-ਸਮੇਂ 'ਤੇ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ, ਉਨ੍ਹਾਂ ਦੇ ਬਾਰੇ ਜਾਣਿਆ ਜਿਨ੍ਹਾਂ ਨੇ ਭਾਰਤ ਦੇ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਦਿੱਤਾ। ਅਸੀਂ ਕਈ ਵੈਸ਼ਵਿਕ ਮੁੱਦਿਆਂ 'ਤੇ ਵੀ ਗੱਲ ਕੀਤੀ, ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕੀਤੀ। ਕਈ ਗੱਲਾਂ ਤੁਸੀਂ ਮੈਨੂੰ ਦੱਸੀਆਂ, ਕਈ ਆਈਡੀਆਜ਼ ਦਿੱਤੇ। ਇੱਕ ਤਰ੍ਹਾਂ ਨਾਲ ਇਸ ਵਿਚਾਰ ਯਾਤਰਾ ਵਿੱਚ ਤੁਸੀਂ ਨਾਲ-ਨਾਲ ਚੱਲਦੇ ਰਹੇ, ਜੁੜਦੇ ਰਹੇ ਅਤੇ ਕੁਝ ਨਾ ਕੁਝ ਨਵਾਂ ਜੋੜਦੇ ਵੀ ਰਹੇ। ਮੈਂ ਅੱਜ ਇਸ 75ਵੇਂ ਐਪੀਸੋਡ ਦੇ ਸਮੇਂ ਸਭ ਤੋਂ ਪਹਿਲਾਂ ਮਨ ਕੀ ਬਾਤ ਨੂੰ ਸਫਲ ਬਣਾਉਣ ਲਈ, ਸਮਰਿੱਧ ਬਣਾਉਣ ਦੇ ਲਈ ਅਤੇ ਇਸ ਨਾਲ ਜੁੜੇ ਰਹਿਣ ਦੇ ਲਈ ਹਰ ਸਰੋਤੇ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ। ਮੇਰੇ ਪਿਆਰੇ ਦੇਸ਼ਵਾਸੀਓ, ਵੇਖੋ ਕਿੰਨਾ ਵੱਡਾ ਸੁਖਦ ਸੰਜੋਗ ਹੈ। ਅੱਜ 75ਵੀਂ ਮਨ ਕੀ ਬਾਤ ਕਰਨ ਦਾ ਮੌਕਾ ਹੈ ਅਤੇ ਇਹੀ ਮਹੀਨਾ ਆਜ਼ਾਦੀ ਦੇ 75ਵੇਂ ਸਾਲ ਦੇ ਅੰਮ੍ਰਿਤ ਮਹਾਉਤਸਵ ਦੀ ਸ਼ੁਰੂਆਤ ਦਾ ਮਹੀਨਾ ਹੈ। ਅੰਮ੍ਰਿਤ ਮਹਾਉਤਸਵ ਡਾਂਡੀ ਯਾਤਰਾ ਦੇ ਦਿਨ ਤੋਂ ਸ਼ੁਰੂ ਹੋਇਆ ਸੀ ਅਤੇ 15 ਅਗਸਤ 2023 ਤੱਕ ਚੱਲੇਗਾ। ਜਦੋਂ ਅੰਮ੍ਰਿਤ ਮਹਾਉਤਸਵ ਨਾਲ ਜੁੜੇ ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਗਾਤਾਰ ਹੋ ਰਹੇ ਨੇ, ਵੱਖ-ਵੱਖ ਜਗ੍ਹਾ ਤੋਂ ਇਨ੍ਹਾਂ ਪ੍ਰੋਗਰਾਮਾਂ ਦੀਆਂ ਤਸਵੀਰਾਂ, ਜਾਣਕਾਰੀਆਂ ਲੋਕ ਸ਼ੇਅਰ ਕਰ ਰਹੇ ਨੇ। ਨਮੋ ਐਪ 'ਤੇ ਅਜਿਹੀਆਂ ਹੀ ਕੁਝ ਤਸਵੀਰਾਂ ਦੇ ਨਾਲ-ਨਾਲ ਝਾਰਖੰਡ ਦੇ ਨਵੀਨ ਨੇ ਮੈਨੂੰ ਇੱਕ ਸੁਨੇਹਾ ਭੇਜਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਅੰਮ੍ਰਿਤ ਮਹਾਉਤਸਵ ਦੇ ਪ੍ਰੋਗਰਾਮ ਦੇਖੇ ਅਤੇ ਤੈਅ ਕੀਤਾ ਕਿ ਉਹ ਵੀ ਸੁਤੰਤਰਤਾ ਸੰਗਰਾਮ ਨਾਲ ਜੁੜੇ ਘੱਟ ਤੋਂ ਘੱਟ 10 ਸਥਾਨਾਂ 'ਤੇ ਜਾਣਗੇ। ਉਨ੍ਹਾਂ ਦੀ ਲਿਸਟ ਵਿੱਚ ਪਹਿਲਾ ਨਾਮ ਭਗਵਾਨ ਬਿਰਸਾ ਮੁੰਡਾ ਦਾ ਜਨਮ ਅਸਥਾਨ ਹੈ। ਨਵੀਨ ਨੇ ਲਿਖਿਆ ਕਿ ਝਾਰਖੰਡ ਦੇ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੀਆਂ ਕਹਾਣੀਆਂ ਉਹ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਪਹੁੰਚਾਉਣਗੇ। ਭਾਈ ਨਵੀਨ, ਤੁਹਾਡੀ ਸੋਚ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ। ਸਾਥੀਓ, ਕਿਸੇ ਸੁਤੰਤਰਤਾ ਸੈਨਾਨੀ ਦੀ ਸੰਘਰਸ਼ ਗਾਥਾ ਹੋਵੇ, ਕਿਸੇ ਸਥਾਨ ਦਾ ਇਤਿਹਾਸ ਹੋਵੇ
ਦੇਸ਼ ਦੀ ਕੋਈ ਸੱਭਿਆਚਾਰਕ ਕਹਾਣੀ ਹੋਵੇ, ਅੰਮ੍ਰਿਤ ਮਹਾਉਤਸਵ ਦੇ ਦੌਰਾਨ ਤੁਸੀਂ ਉਸ ਨੂੰ ਦੇਸ਼ ਦੇ ਸਾਹਮਣੇ ਲਿਆ ਸਕਦੇ ਹੋ। ਦੇਸ਼ ਵਾਸੀਆਂ ਨੂੰ ਉਸ ਨਾਲ ਜੋੜਨ ਦਾ ਮਾਧਿਅਮ ਬਣ ਸਕਦੇ ਹੋ। ਤੁਸੀਂ ਵੇਖੋਗੇ, ਵੇਖਦਿਆਂ ਹੀ ਵੇਖਦਿਆਂ ਅੰਮ੍ਰਿਤ ਮਹਾਉਤਸਵ ਅਜਿਹੇ ਕਿੰਨੇ ਹੀ ਪ੍ਰੇਰਣਾਦਾਇਕ ਅੰਮ੍ਰਿਤ ਬਿੰਦੂਆਂ ਨਾਲ ਭਰ ਜਾਏਗਾ ਅਤੇ ਫਿਰ ਅਜਿਹੀ ਅੰਮ੍ਰਿਤ ਧਾਰਾ ਵਹੇਗੀ ਜੋ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਤੱਕ ਪ੍ਰੇਰਣਾ ਦੇਵੇਗੀ, ਦੇਸ਼ ਨੂੰ ਨਵੀਂ ਉਚਾਈ ਤੇ ਲੈ ਜਾਏਗੀ, ਕੁਝ ਨਾ ਕੁਝ ਕਰਨ ਦਾ ਜਜ਼ਬਾ ਪੈਦਾ ਕਰੇਗੀ। ਆਜ਼ਾਦੀ ਦੀ ਲੜਾਈ ਵਿੱਚ ਸਾਡੇ ਸੈਨਾਨੀਆਂ ਨੇ ਕਿੰਨੇ ਹੀ ਕਸ਼ਟ ਇਸ ਲਈ ਸਹੇ ਕਿਉਂਕਿ ਉਹ ਦੇਸ਼ ਲਈ ਤਿਆਗ ਅਤੇ ਬਲੀਦਾਨ ਨੂੰ ਆਪਣਾ ਫਰਜ਼ ਸਮਝਦੇ ਸਨ। ਉਨ੍ਹਾਂ ਦੇ ਤਿਆਗ ਅਤੇ ਬਲੀਦਾਨ ਦੀਆਂ ਅਮਰ ਕਹਾਣੀਆਂ ਹੁਣ ਸਾਨੂੰ ਨਿਰੰਤਰ ਫਰਜ਼ ਦੇ ਰਾਹ ਤੇ ਤੁਰਨ ਲਈ ਪ੍ਰੇਰਿਤ ਕਰਨ ਅਤੇ ਜਿਵੇਂ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ, ਨਿਯਤੰ ਕੁਰੂ ਕਰਮ ਤਵੰ ਕਰਮ ਜਯਾਯੋ ਹਯ ਕਰਮਣ। ਉਸੇ ਭਾਵ ਦੇ ਨਾਲ ਅਸੀਂ ਸਾਰੇ ਆਪਣੇ ਨਿਯਤ ਫਰਜ਼ਾਂ ਦਾ ਪੂਰੀ ਨਿਸ਼ਠਾ ਨਾਲ ਪਾਲਣ ਕਰੀਏ ਅਤੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦਾ ਮਤਲਬ ਇਹੀ ਹੈ ਕਿ ਅਸੀਂ ਨਵੇਂ ਸੰਕਲਪ ਲਈਏ, ਉਨ੍ਹਾਂ ਸੰਕਲਪਾਂ ਨੂੰ ਸਿੱਧ ਕਰਨ ਦੇ ਲਈ ਜੀ-ਜਾਨ ਨਾਲ ਜੁਟ ਜਾਈਏ ਅਤੇ ਸੰਕਲਪ ਉਹ ਹੋਣ ਜੋ ਸਮਾਜ ਦੀ ਭਲਾਈ ਦੇ ਹੋਣ, ਦੇਸ਼ ਦੀ ਭਲਾਈ ਦੇ ਹੋਣ, ਭਾਰਤ ਦੇ ਰੌਸ਼ਨ ਭਵਿੱਖ ਦੇ ਲਈ ਹੋਣ ਅਤੇ ਸੰਕਲਪ ਉਹ ਹੋਣ ਜਿਸ ਵਿੱਚ ਮੇਰੀ ਆਪਣੀ ਖੁਦ ਦੀ ਕੁਝ ਨਾ ਕੁਝ ਜ਼ਿੰਮੇਵਾਰੀ ਹੋਵੇ, ਮੇਰਾ ਆਪਣਾ ਫਰਜ਼ ਜੁੜਿਆ ਹੋਵੇ। ਮੈਨੂੰ ਵਿਸ਼ਵਾਸ ਹੈ ਕਿ ਗੀਤਾ ਨੂੰ ਜਿਊਣ ਦਾ ਇਹ ਸੁਨਹਿਰੀ ਮੌਕਾ ਸਾਡੇ ਲੋਕਾਂ ਦੇ ਕੋਲ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਸਾਲ ਇਹ ਮਾਰਚ ਦਾ ਹੀ ਮਹੀਨਾ ਸੀ। ਦੇਸ਼ ਨੇ ਪਹਿਲੀ ਵਾਰ ਜਨਤਾ ਕਰਫਿਊ ਸ਼ਬਦ ਸੁਣਿਆ ਸੀ, ਪਰ ਇਸ ਮਹਾਨ ਦੇਸ਼ ਦੀ ਮਹਾਨ ਪ੍ਰਜਾ ਦੀ ਮਹਾਂਸ਼ਕਤੀ ਦਾ ਅਨੁਭਵ ਵੇਖੋ। ਜਨਤਾ ਕਰਫਿਊ ਪੂਰੇ ਵਿਸ਼ਵ ਦੇ ਲਈ ਹੈਰਾਨੀਜਨਕ ਬਣ ਗਿਆ ਸੀ। ਅਨੁਸ਼ਾਸਨ ਦਾ ਇਹ ਅਨੋਖਾ ਉਦਾਹਰਣ ਸੀ। ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਨੂੰ ਲੈ ਕੇ ਜ਼ਰੂਰ ਫਖਰ ਕਰਨਗੀਆਂ। ਉਸੇ ਤਰ੍ਹਾਂ ਨਾਲ ਸਾਡੇ ਕੋਰੋਨਾ ਵਾਰੀਅਰਜ਼ ਦੇ ਪ੍ਰਤੀ ਸਨਮਾਨ, ਆਦਰ, ਥਾਲੀ ਵਜਾਉਣਾ, ਤਾੜੀ ਵਜਾਉਣਾ, ਦੀਵਾ ਜਗਾਉਣਾ। ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਕੋਰੋਨਾ ਵਾਰੀਅਰਜ਼ ਦੇ ਦਿਲ ਨੂੰ ਉਹ ਕਿੰਨਾ ਛੂਹ ਗਿਆ ਸੀ ਅਤੇ ਉਹੀ ਤਾਂ ਕਾਰਨ ਹੈ ਜੋ ਪੂਰੇ ਸਾਲ ਭਰ ਉਹ ਬਿਨਾਂ ਥੱਕੇ, ਬਿਨਾਂ ਰੁਕੇ ਡਟੇ ਰਹੇ। ਦੇਸ਼ ਦੇ ਇੱਕ-ਇੱਕ ਨਾਗਰਿਕ ਦੀ ਜਾਨ ਬਚਾਉਣ ਦੇ ਲਈ ਜੀ-ਜਾਨ ਨਾਲ ਜੂਝਦੇ ਰਹੇ। ਪਿਛਲੇ ਸਾਲ ਇਸ ਸਮੇਂ ਸਵਾਲ ਸੀ ਕਿ ਕੋਰੋਨਾ ਦੀ ਵੈਕਸੀਨ ਕਦੋਂ ਤੱਕ ਆਏਗੀ। ਸਾਥੀਓ, ਸਾਡੇ ਸਾਰਿਆਂ ਦੇ ਲਈ ਫਖਰ ਦੀ ਗੱਲ ਹੈ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਚਲਾ ਰਿਹਾ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੀਆਂ ਤਸਵੀਰਾਂ ਦੇ ਬਾਰੇ ਮੈਨੂੰ ਭੁਵਨੇਸ਼ਵਰ ਦੀ ਪੁਸ਼ਪਾ ਸ਼ੁਕਲਾ ਜੀ ਨੇ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰ ਦੇ ਵੱਡੇ ਵਡੇਰਿਆਂ ਵਿੱਚ ਵੈਕਸੀਨ ਨੂੰ ਲੈ ਕੇ ਜੋ ਉਤਸ਼ਾਹ ਦਿਖਾਈ ਦੇ ਰਿਹਾ ਹੈ, ਉਸ ਦੀ ਚਰਚਾ ਮੈਂ ਮਨ ਕੀ ਬਾਤ ਵਿੱਚ ਕਰਾਂ। ਸਾਥੀਓ, ਸਹੀ ਵੀ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਅਸੀਂ ਅਜਿਹੀਆਂ ਖ਼ਬਰਾਂ ਸੁਣਦੇ ਹਾਂ, ਅਜਿਹੀਆਂ ਤਸਵੀਰਾਂ ਵੇਖਦੇ ਹਾਂ ਜੋ ਸਾਡੇ ਦਿਲ ਨੂੰ ਛੂਹ ਜਾਂਦੀਆਂ ਨੇ। ਯੂਪੀ ਦੇ ਜੌਨਪੁਰ ਵਿੱਚ 109 ਸਾਲਾਂ ਦੀ ਬਜ਼ੁਰਗ ਮਾਂ ਰਾਮ ਦੁਲਈਆ ਜੀ ਨੇ ਟੀਕਾ ਲਗਵਾਇਆ ਹੈ। ਇੰਝ ਹੀ ਦਿੱਲੀ ਵਿੱਚ 107 ਸਾਲ ਦੇ ਕੇਵਲ ਕ੍ਰਿਸ਼ਨ ਜੀ ਨੇ ਵੈਕਸੀਨ ਦੀ ਡੋਜ਼ ਲਈ ਹੈ। ਹੈਦਰਾਬਾਦ ਵਿੱਚ 100 ਸਾਲ ਦੇ ਜੈ ਚੌਧਰੀ ਜੀ ਨੇ ਵੈਕਸੀਨ ਲਗਵਾਈ ਅਤੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ। ਮੈਂ ਟਵਿੱਟਰ, ਫੇਸਬੁੱਕ 'ਤੇ ਵੀ ਇਹ ਵੇਖ ਰਿਹਾ ਕਿ ਕਿਵੇਂ ਲੋਕ ਆਪਣੇ ਘਰ ਦੇ ਬਜ਼ੁਰਗਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਦੀ ਫੋਟੋ ਅਪਲੋਡ ਕਰ ਰਹੇ ਨੇ। ਕੇਰਲ ਤੋਂ ਇੱਕ ਨੌਜਵਾਨ ਅਨੰਦਨ ਨਾਇਰ ਨੇ ਵੀ ਇਸ ਨੂੰ ਇੱਕ ਨਵਾਂ ਸ਼ਬਦ ਦਿੱਤਾ ਹੈ, ਵੈਕਸੀਨ ਸੇਵਾ। ਅਜਿਹੇ ਹੀ ਸੰਦੇਸ਼ ਦਿੱਲੀ ਤੋਂ ਸ਼ਿਵਾਨੀ, ਹਿਮਾਚਲ ਤੋਂ ਹਿਮਾਂਸ਼ੂ ਅਤੇ ਦੂਸਰੇ ਕਈ ਨੌਜਵਾਨਾਂ ਨੇ ਭੇਜੇ ਨੇ। ਮੈਂ ਸਾਰੇ ਸਰੋਤਿਆਂ ਦੇ ਇਨ੍ਹਾਂ ਵਿਚਾਰਾਂ ਦੀ ਸ਼ਲਾਘਾ ਕਰਦਾ। ਇਨ੍ਹਾਂ ਸਭ ਦੇ ਵਿਚਕਾਰ ਕੋਰੋਨਾ ਨਾਲ ਲੜਾਈ ਦਾ ਮੰਤਰ ਵੀ ਜ਼ਰੂਰ ਯਾਦ ਰੱਖੋ, ਦਵਾਈ ਵੀ, ਕੜਾਈ ਵੀ। ਅਤੇ ਸਿਰਫ ਮੈਂ ਬੋਲਣਾ ਹੈ, ਅਜਿਹਾ ਨਹੀਂ ਹੈ। ਅਸੀਂ ਜਿਉਣਾ ਵੀ ਹੈ, ਬੋਲਣਾ ਵੀ ਹੈ, ਦੱਸਣਾ ਵੀ ਹੈ ਅਤੇ ਲੋਕਾਂ ਨੂੰ ਦਵਾਈ ਵੀ, ਕੜਾਈ ਵੀ ਇਸ ਦੇ ਲਈ ਪ੍ਰਤੀਬੱਧ ਬਣਾਉਂਦੇ ਰਹਿਣਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਅੱਜ ਇੰਦੌਰ ਦੀ ਰਹਿਣ ਵਾਲੀ ਸੌਮਿਆ ਜੀ ਦਾ ਧੰਨਵਾਦ ਕਰਨਾ ਹੈ। ਉਨ੍ਹਾਂ ਨੇ ਇੱਕ ਵਿਸ਼ੇ ਵੱਲ ਮੇਰਾ ਧਿਆਨ ਦਿਵਾਇਆ ਹੈ ਅਤੇ ਇਸ ਦਾ ਜ਼ਿਕਰ ਮਨ ਕੀ ਬਾਤ ਵਿੱਚ ਕਰਨ ਲਈ ਕਿਹਾ ਹੈ। ਇਹ ਵਿਸ਼ਾ ਹੈ ਭਾਰਤੀ ਕ੍ਰਿਕਟਰ ਮਿਤਾਲੀ ਰਾਜ ਜੀ ਦਾ ਨਵਾਂ ਰਿਕਾਰਡ। ਮਿਤਾਲੀ ਜੀ ਹੁਣੇ ਜਿਹੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਰਨ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਬਹੁਤ-ਬਹੁਤ ਵਧਾਈ।
ਵਨਡੇ ਇੰਟਰਨੈਸ਼ਨਲਜ਼ ਵਿੱਚ 7,000 ਰਨ ਬਣਾਉਣ ਵਾਲੀ ਵੀ ਉਹ ਇਕੱਲੀ ਅੰਤਰਰਾਸ਼ਟਰੀ ਮਹਿਲਾ ਖਿਡਾਰੀ ਹੈ। ਮਹਿਲਾ ਕ੍ਰਿਕਟ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਸ਼ਾਨਦਾਰ ਹੈ। 2 ਦਹਾਕਿਆਂ ਤੋਂ ਜ਼ਿਆਦਾ ਦੇ ਕੈਰੀਅਰ ਵਿੱਚ ਮਿਤਾਲੀ ਰਾਜ ਜੀ ਨੇ ਹਜ਼ਾਰਾਂ ਲੱਖਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਫ਼ਲਤਾ ਦੀ ਕਹਾਣੀ ਨਾ ਸਿਰਫ਼ ਮਹਿਲਾ ਕ੍ਰਿਕਟਰਾਂ ਲਈ ਸਗੋਂ ਪੁਰਸ਼ ਕ੍ਰਿਕਟਰਾਂ ਦੇ ਲਈ ਵੀ ਇੱਕ ਪ੍ਰੇਰਣਾ ਹੈ। ਸਾਥੀਓ, ਇਹ ਦਿਲਚਸਪ ਹੈ, ਇਸੇ ਮਾਰਚ ਮਹੀਨੇ ਵਿੱਚ ਜਦੋਂ ਅਸੀਂ ਮਹਿਲਾ ਦਿਵਸ ਸੈਲੀਬ੍ਰੇਟ ਕਰ ਰਹੇ ਸੀ ਤਾਂ ਕਈ ਮਹਿਲਾ ਖਿਡਾਰੀਆਂ ਨੇ ਮੈਡਲਜ਼ ਅਤੇ ਰਿਕਾਰਡਜ਼ ਆਪਣੇ ਨਾਮ ਕੀਤੇ ਨੇ। ਦਿੱਲੀ ਵਿੱਚ ਆਯੋਜਿਤ ਸ਼ੂਟਿੰਗ ਵਿੱਚ ISSF ਵਰਲਡ ਕੱਪ ਵਿੱਚ ਭਾਰਤ ਸਿਖਰ ਤੇ ਰਿਹਾ। ਗੋਲਡ ਮੈਡਲ ਦੀ ਗਿਣਤੀ ਦੇ ਮਾਮਲੇ ਵਿੱਚ ਵੀ ਭਾਰਤ ਨੇ ਬਾਜ਼ੀ ਮਾਰੀ। ਇਹ ਭਾਰਤ ਦੇ ਮਹਿਲਾ ਅਤੇ ਪੁਰਸ਼ ਨਿਸ਼ਾਨੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ। ਇਸੇ ਦੌਰਾਨ PV ਸਿੰਧੂ ਜੀ ਨੇ BWF ਸਵਿਸ ਓਪਨ ਸੁਪਰ 300 ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਅੱਜ ਐਜੂਕੇਸ਼ਨ ਤੋਂ ਲੈ ਕੇ ਐਂਟਰਪ੍ਰੇਨਿਓਰਸ਼ਿਪ ਤੱਕ, ਆਰਮਡ ਫੋਰਸਿਸ ਤੋਂ ਲੈ ਕੇ ਸਾਇੰਸ ਐਂਡ ਟੈਕਨੋਲੋਜੀ ਤੱਕ, ਹਰ ਜਗ੍ਹਾ ਦੇਸ਼ ਦੀਆਂ ਬੇਟੀਆਂ ਆਪਣੀ ਵੱਖ ਪਛਾਣ ਬਣਾ ਰਹੀਆਂ ਨੇ। ਮੈਨੂੰ ਖਾਸ ਖੁਸ਼ੀ ਇਸ ਗੱਲ ਦੀ ਹੈ ਕਿ ਬੇਟੀਆਂ ਖੇਡਾਂ ਵਿੱਚ ਆਪਣਾ ਇੱਕ ਨਵਾਂ ਮੁਕਾਮ ਬਣਾ ਰਹੀਆਂ ਨੇ। ਪ੍ਰੋਫੈਸ਼ਨਲ ਚੋਇਸ ਦੇ ਰੂਪ ਵਿੱਚ ਸਪੋਰਟਸ ਇੱਕ ਪਸੰਦ ਬਣ ਕੇ ਉੱਭਰ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਸਮਾਂ ਪਹਿਲਾਂ ਹੋਈ ਮੈਰੀਟਾਈਮ ਇੰਡੀਆ ਸਮਿਟ ਤੁਹਾਨੂੰ ਯਾਦ ਹੈ ਨਾ? ਇਸ ਸਮਿਟ ਵਿੱਚ ਮੈਂ ਕੀ ਕਿਹਾ ਸੀ? ਕੀ ਇਹ ਤੁਹਾਨੂੰ ਯਾਦ ਹੈ? ਸੁਭਾਵਿਕ ਹੈ, ਇੰਨੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ, ਇੰਨੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਹਰ ਗੱਲ ਕਿੱਥੇ ਯਾਦ ਰਹਿੰਦੀ ਹੈ ਅਤੇ ਉਹਨਾਂ ਧਿਆਨ ਵੀ ਕਿੱਥੇ ਜਾਂਦਾ ਹੈ? ਸੁਭਾਵਿਕ ਹੈ। ਲੇਕਿਨ ਮੈਨੂੰ ਚੰਗਾ ਲੱਗਾ ਕਿ ਮੇਰੀ ਇੱਕ ਬੇਨਤੀ ਨੂੰ ਗੁਰੂ ਪ੍ਰਸਾਦ ਜੀ ਨੇ ਬਹੁਤ ਦਿਲਚਸਪੀ ਨਾਲ ਅੱਗੇ ਵਧਾਇਆ ਹੈ। ਮੈਂ ਇਸ ਸਮਿਟ ਵਿੱਚ ਦੇਸ਼ ਦੇ ਲਾਈਟ ਹਾਊਸ ਕੰਪਲੈਕਸਿਸ ਦੇ ਆਲੇ-ਦੁਆਲੇ ਟੂਰਿਜ਼ਮ ਫੈਸਿਲਿਟੀਜ਼ ਵਿਕਸਿਤ ਕਰਨ ਦੇ ਬਾਰੇ ਗੱਲ ਕੀਤੀ ਸੀ। ਗੁਰੂ ਪ੍ਰਸਾਦ ਜੀ ਨੇ ਤਮਿਲਨਾਡੂ ਦੇ 2 ਲਾਈਟ ਹਾਊਸਾਂ, ਚੇਨਈ ਲਾਈਟ ਹਾਊਸ ਅਤੇ ਮਹਾਬਲੀਪੁਰਮ ਲਾਈਟ ਹਾਊਸ ਦੀ 2019 ਦੀ ਆਪਣੀ ਯਾਤਰਾ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਬਹੁਤ ਹੀ ਰੋਚਕ ਫੈਕਟ ਸ਼ੇਅਰ ਕੀਤੇ ਨੇ ਜੋ ਮਨ ਕੀ ਬਾਤ ਸੁਣਨ ਵਾਲਿਆਂ ਨੂੰ ਵੀ ਹੈਰਾਨ ਕਰਨਗੇ। ਜਿਵੇਂ ਚੇਨਈ ਲਾਈਟ ਹਾਊਸ ਦੁਨੀਆ ਦੇ ਉਹਨਾਂ 94 ਲਾਈਟ ਹਾਊਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਵਿੱਚ ਐਲੀਵੇਟਰ ਮੌਜੂਦ ਹੈ। ਇਹੀ ਨਹੀਂ, ਭਾਰਤ ਦਾ ਇਹ ਇਕਲੌਤਾ ਲਾਈਟ ਹਾਊਸ ਹੈ ਜੋ ਸ਼ਹਿਰ ਦੀ ਸੀਮਾ ਦੇ ਅੰਦਰ ਸਥਿਤ ਹੈ। ਇਸ ਵਿੱਚ ਬਿਜਲੀ ਦੇ ਕਈ ਸੋਲਰ ਪੈਨਲ ਵੀ ਲੱਗੇ ਨੇ। ਗੁਰੂ ਪ੍ਰਸਾਦ ਜੀ ਨੇ ਲਾਈਟ ਹਾਊਸ ਦੇ ਹੈਰੀਟੇਜ ਮਿਊਜ਼ੀਅਮ ਦੇ ਬਾਰੇ ਵੀ ਗੱਲ ਕੀਤੀ ਜੋ ਮੈਰੀਨ ਨੈਵੀਗੇਸ਼ਨ ਦੇ ਇਤਿਹਾਸ ਨੂੰ ਸਾਹਮਣੇ ਲਿਆਉਂਦਾ ਹੈ। ਮਿਊਜ਼ੀਅਮ ਵਿੱਚ ਤੇਲ ਨਾਲ ਬਲਣ ਵਾਲੀਆਂ ਵੱਡੀਆਂ-ਵੱਡੀਆਂ ਬੱਤੀਆਂ, ਕੈਰੋਸੀਨ ਲਾਈਟਸ, ਪੈਟਰੋਲੀਅਮ ਵੇਪਰ ਅਤੇ ਪੁਰਾਣੇ ਸਮੇਂ ਵਿੱਚ ਵਰਤੇ ਜਾਣ ਵਾਲੇ ਬਿਜਲੀ ਦੇ ਲੈਂਪ ਪ੍ਰਦਰਸ਼ਿਤ ਕੀਤੇ ਗਏ ਨੇ। ਭਾਰਤ ਦੇ ਸਭ ਤੋਂ ਪੁਰਾਣੇ ਲਾਈਟ ਹਾਊਸ ਮਹਾਬਲੀਪੁਰਮ ਲਾਈਟ ਹਾਊਸ ਦੇ ਬਾਰੇ ਵੀ ਗੁਰੂ ਪ੍ਰਸਾਦ ਜੀ ਨੇ ਵਿਸਥਾਰ ਨਾਲ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਾਈਟ ਹਾਊਸ ਦੇ ਕੋਲ ਸੈਂਕੜੇ ਸਾਲ ਪਹਿਲਾਂ ਪੱਲਵ ਰਾਜਾ ਮਹੇਂਦਰ ਬਰਮਨ ਪ੍ਰਥਮ ਵੱਲੋਂ ਬਣਾਇਆ ਗਿਆ ਉਲਕਨੇਸ਼ਵਰਾ ਟੈਂਪਲ ਹੈ। ਸਾਥੀਓ, ਮਨ ਕੀ ਬਾਤ ਦੇ ਦੌਰਾਨ ਮੈਂ ਸੈਰ-ਸਪਾਟੇ ਦੇ ਵਿਭਿੰਨ ਪਹਿਲੂਆਂ 'ਤੇ ਅਨੇਕ ਵਾਰ ਗੱਲ ਕੀਤੀ ਹੈ, ਲੇਕਿਨ ਇਹ ਲਾਈਟ ਹਾਊਸ ਟੂਰਿਜ਼ਮ ਦੇ ਲਿਹਾਜ਼ ਨਾਲ ਯੂਨੀਕ ਹੁੰਦੇ ਨੇ। ਆਪਣੀਆਂ ਸ਼ਾਨਦਾਰ ਸੰਰਚਨਾਵਾਂ ਦੇ ਕਾਰਨ ਲਾਈਟ ਹਾਊਸ ਹਮੇਸ਼ਾ ਤੋਂ ਲੋਕਾਂ ਦੇ ਲਈ ਆਕਰਸ਼ਣ ਦਾ ਕੇਂਦਰ ਰਹੇ ਨੇ। ਸੈਰ-ਸਪਾਟੇ ਨੂੰ ਵਧਾਉਣ ਦੇ ਲਈ ਭਾਰਤ ਵਿੱਚ ਵੀ 71 ਲਾਈਟ ਹਾਊਸਿਸ ਆਈਡੈਂਟੀਫਾਈ ਕੀਤੇ ਗਏ ਨੇ। ਇਨ੍ਹਾਂ ਸਾਰੇ ਲਾਈਟ ਹਾਊਸ ਵਿੱਚ ਉਨ੍ਹਾਂ ਦੀਆਂ ਸਮਰੱਥਾਵਾਂ ਦੇ ਮੁਤਾਬਿਕ ਮਿਊਜ਼ੀਅਮ, ਐਂਫੀ ਥੀਏਟਰ, ਓਪਨ ਏਅਰ ਥੀਏਟਰ, ਕੈਫੇਟੇਰੀਆ, ਚਿਲਡਰਨਜ਼ ਪਾਰਕ, ਈਕੋ ਫ੍ਰੈਂਡਲੀ ਕਾਟੇਜਿਸ, ਲੈਂਡਸਕੇਪਿੰਗ ਤਿਆਰ ਕੀਤੇ ਜਾਣਗੇ। ਵੈਸੇ ਲਾਈਟ ਹਾਊਸਿਸ ਦੀ ਗੱਲ ਚੱਲ ਰਹੀ ਹੈ ਅਤੇ ਮੈਂ ਇੱਕ ਯੂਨੀਕ ਲਾਈਟ ਹਾਊਸ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਇਹ ਲਾਈਟ ਹਾਊਸ ਗੁਜਰਾਤ ਦੇ ਸੁਰੇਂਦਰ ਨਗਰ ਜ਼ਿਲ੍ਹੇ ਵਿੱਚ ਝਿੰਜੂਵਾੜਾ ਨਾਮ ਦੇ ਸਥਾਨ 'ਤੇ ਹੈ। ਜਾਣਦੇ ਹੋ ਇਹ ਲਾਈਟ ਹਾਊਸ ਕਿਉਂ ਖਾਸ ਹੈ? ਖਾਸ ਇਸ ਲਈ ਹੈ ਕਿਉਂਕਿ ਜਿੱਥੇ ਇਹ ਲਾਈਟ ਹਾਊਸ ਹੈ ਉੱਥੋਂ ਹੁਣ ਸਮੁੰਦਰ ਤੱਟ 100 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਹੈ। ਤੁਹਾਨੂੰ ਇਸ ਪਿੰਡ ਵਿੱਚ ਅਜਿਹੇ ਪੱਥਰ ਵੀ ਮਿਲ ਜਾਣਗੇ ਜੋ ਇਹ ਦੱਸਦੇ ਨੇ ਕਿ ਇੱਥੇ ਕਦੀ ਇੱਕ ਵਿਅਸਤ ਬੰਦਰਗਾਹ ਰਹੀ ਹੋਵੇਗੀ। ਯਾਨੀ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਕੋਸਟ ਲਾਈਨ ਝਿੰਜੂਵਾੜਾ ਤੱਕ ਸੀ। ਸਮੁੰਦਰ ਦਾ ਘਟਣਾ ਵਧਣਾ, ਪਿੱਛੇ ਹੋ ਜਾਣਾ, ਇੰਨੀ ਦੂਰ ਚਲੇ ਜਾਣਾ, ਇਹ ਵੀ ਉਸ ਦਾ ਇੱਕ ਰੂਪ ਹੈ।
ਇਸ ਮਹੀਨੇ ਜਾਪਾਨ ਵਿੱਚ ਆਈ ਵਿਕਰਾਲ ਸੁਨਾਮੀ ਨੂੰ 10 ਸਾਲ ਹੋ ਗਏ ਨੇ। ਇਸ ਸੁਨਾਮੀ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੀ ਹੀ ਇੱਕ ਸੁਨਾਮੀ ਭਾਰਤ ਵਿੱਚ 2004 ਵਿੱਚ ਆਈ ਸੀ। ਸੁਨਾਮੀ ਦੇ ਦੌਰਾਨ ਅਸੀਂ ਆਪਣੇ ਲਾਈਟ ਹਾਊਸ ਵਿੱਚ ਕੰਮ ਕਰਨ ਵਾਲੇ ਸਾਡੇ 14 ਕਰਮਚਾਰੀਆਂ ਨੂੰ ਗੁਆ ਦਿੱਤਾ ਸੀ। ਅੰਡੇਮਾਨ ਨਿਕੋਬਾਰ ਵਿੱਚ ਅਤੇ ਤਮਿਲਨਾਡੂ ਵਿੱਚ ਲਾਈਟ ਹਾਊਸ 'ਤੇ ਉਹ ਆਪਣੀ ਡਿਊਟੀ ਕਰ ਰਹੇ ਸਨ। ਸਖ਼ਤ ਮਿਹਨਤ ਕਰਨ ਵਾਲੇ ਸਾਡੇ ਇਨ੍ਹਾਂ ਲਾਈਟ ਕੀਪਰਜ਼ ਨੂੰ ਮੈਂ ਆਦਰ ਨਾਲ ਸ਼ਰਧਾਂਜਲੀ ਦਿੰਦਾ ਅਤੇ ਲਾਈਟ ਕੀਪਰਜ਼ ਦੇ ਕੰਮ ਦੀ ਬੇਹੱਦ ਸ਼ਲਾਘਾ ਕਰਦਾ। ਪਿਆਰੇ ਦੇਸ਼ਵਾਸੀਓ, ਜੀਵਨ ਦੇ ਹਰ ਖੇਤਰ ਵਿੱਚ ਨਵਾਂਪਨ, ਆਧੁਨਿਕਤਾ ਜ਼ਰੂਰੀ ਹੁੰਦੀ ਹੈ, ਵਰਨਾ ਉਹ ਕਦੇ-ਕਦੇ ਸਾਡੇ ਲਈ ਬੋਝ ਬਣ ਜਾਂਦੀ ਹੈ। ਭਾਰਤ ਦੇ ਖੇਤੀ ਜਗਤ ਵਿੱਚ ਆਧੁਨਿਕਤਾ ਇਸ ਸਮੇਂ ਦੀ ਮੰਗ ਹੈ। ਬਹੁਤ ਦੇਰ ਹੋ ਚੁੱਕੀ ਹੈ, ਅਸੀਂ ਬਹੁਤ ਸਮਾਂ ਗਵਾ ਚੁੱਕੇ ਹਾਂ। ਐਗਰੀਕਲਚਰ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ, ਕਿਸਾਨਾਂ ਦੀ ਆਮਦਨੀ ਵਧਾਉਣ ਦੇ ਲਈ ਰਵਾਇਤੀ ਖੇਤੀ ਦੇ ਨਾਲ ਹੀ ਨਵੇਂ ਵਿਕਲਪਾਂ ਨੂੰ, ਨਵੇਂ ਇਨੋਵੇਸ਼ਨਜ਼ ਨੂੰ ਅਪਣਾਉਣਾ ਵੀ ਓਨਾ ਹੀ ਜ਼ਰੂਰੀ ਹੈ। ਵਾਈਟ ਰਿਵੋਲੂਸ਼ਨ ਦੇ ਦੌਰਾਨ ਦੇਸ਼ ਨੇ ਇਸ ਨੂੰ ਅਨੁਭਵ ਕੀਤਾ ਹੈ। ਹੁਣ ਬੀ ਫਾਰਮਿੰਗ ਵੀ ਅਜਿਹਾ ਹੀ ਇੱਕ ਵਿਕਲਪ ਬਣ ਕੇ ਉੱਭਰ ਰਿਹਾ ਹੈ। ਬੀ ਫਾਰਮਿੰਗ ਦੇਸ਼ ਵਿੱਚ ਸ਼ਹਿਦ ਕ੍ਰਾਂਤੀ ਜਾਂ ਸਵੀਟ ਰਿਵੋਲੂਸ਼ਨ ਦਾ ਆਧਾਰ ਬਣ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਇਸ ਨਾਲ ਜੁੜ ਰਹੇ ਨੇ, ਇਨੋਵੇਸ਼ਨ ਕਰ ਰਹੇ ਨੇ। ਜਿਵੇਂ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਇੱਕ ਪਿੰਡ ਹੈ ਗੁਰਦੁਮ। ਪਹਾੜਾਂ ਦੀ ਇੰਨੀ ਉਚਾਈ, ਭੂਗੋਲਿਕ ਦਿੱਕਤਾਂ, ਲੇਕਿਨ ਉੱਥੋਂ ਦੇ ਲੋਕਾਂ ਨੇ ਹਨੀ ਬੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਇਸ ਜਗ੍ਹਾ 'ਤੇ ਬਣੇ ਸ਼ਹਿਦ ਦੀ, ਮਧੂ ਦੀ ਚੰਗੀ ਮੰਗ ਹੋ ਰਹੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧ ਰਹੀ ਹੈ। ਪੱਛਮੀ ਬੰਗਾਲ ਦੇ ਸੁੰਦਰਬਨ ਇਲਾਕਿਆਂ ਦਾ ਕੁਦਰਤੀ ਆਰਗੈਨਿਕ ਹਨੀ ਤਾਂ ਦੇਸ਼ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਨਿੱਜੀ ਅਨੁਭਵ ਮੈਨੂੰ ਗੁਜਰਾਤ ਦਾ ਵੀ ਹੈ। ਗੁਜਰਾਤ ਦੇ ਬਨਾਸਕਾਂਠਾ ਵਿੱਚ ਸਾਲ 2016 ਵਿੱਚ ਇੱਕ ਆਯੋਜਨ ਹੋਇਆ ਸੀ। ਉਸ ਪ੍ਰੋਗਰਾਮ ਵਿੱਚ ਮੈਂ ਲੋਕਾਂ ਨੂੰ ਕਿਹਾ ਕਿ ਇੱਥੇ ਇੰਨੀਆਂ ਸੰਭਾਵਨਾਵਾਂ ਨੇ, ਕਿਉਂ ਨਾ ਬਨਾਸਕਾਂਠਾ ਅਤੇ ਇੱਥੋਂ ਦੇ ਕਿਸਾਨ ਸਵੀਟ ਰਿਵੋਲੂਸ਼ਨ ਦਾ ਨਵਾਂ ਅਧਿਆਇ ਲਿਖਣ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਇੰਨੇ ਘੱਟ ਸਮੇਂ ਵਿੱਚ ਬਨਾਸਕਾਂਠਾ ਸ਼ਹਿਦ ਉਤਪਾਦਨ ਦਾ ਪ੍ਰਮੁੱਖ ਕੇਂਦਰ ਬਣ ਗਿਆ ਹੈ। ਅੱਜ ਬਨਾਸਕਾਂਠਾ ਦੇ ਕਿਸਾਨ ਹਨੀ ਤੋਂ ਲੱਖਾਂ ਰੁਪਏ ਸਾਲਾਨਾ ਕਮਾ ਰਹੇ ਨੇ। ਅਜਿਹਾ ਇੱਕ ਉਦਾਹਰਣ ਹਰਿਆਣਾ ਦੇ ਯਮੁਨਾ ਨਗਰ ਦਾ ਵੀ ਹੈ। ਯਮੁਨਾ ਨਗਰ ਵਿੱਚ ਕਿਸਾਨ ਬੀ ਫਾਰਮਿੰਗ ਕਰਕੇ ਸਾਲਾਨਾ ਕਈ 100 ਟਨ ਸ਼ਹਿਦ ਪੈਦਾ ਕਰ ਰਹੇ ਨੇ, ਆਪਣੀ ਆਮਦਨ ਵਧਾ ਰਹੇ ਨੇ। ਕਿਸਾਨਾਂ ਦੀ ਇਸ ਮਿਹਨਤ ਦਾ ਨਤੀਜਾ ਹੈ ਕਿ ਦੇਸ਼ ਵਿੱਚ ਸ਼ਹਿਦ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ ਅਤੇ ਸਾਲਾਨਾ ਤਕਰੀਬਨ 1.25 ਲੱਖ ਟਨ ਤੱਕ ਪਹੁੰਚ ਗਿਆ ਹੈ। ਇਸ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਹਿਦ ਵਿਦੇਸ਼ਾਂ ਵਿੱਚ ਨਿਰਯਾਤ ਵੀ ਹੋ ਰਿਹਾ ਹੈ। ਸਾਥੀਓ, ਹਨੀ ਬੀ ਫਾਰਮਿੰਗ ਵਿੱਚ ਸਿਰਫ ਸ਼ਹਿਦ ਨਾਲ ਹੀ ਆਮਦਨੀ ਨਹੀਂ ਹੁੰਦੀ, ਬਲਕਿ ਬੀ ਵੈਕਸ ਵੀ ਆਮਦਨੀ ਦਾ ਇੱਕ ਬਹੁਤ ਵੱਡਾ ਮਾਧਿਅਮ ਹੈ। ਫਾਰਮਾ ਇੰਡਸਟਰੀ, ਫੂਡ ਇੰਡਸਟਰੀ, ਟੈਕਸਟਾਈਲ ਅਤੇ ਕਾਸਮੈਟਿਕ ਇੰਡਸਟਰੀ, ਹਰ ਜਗ੍ਹਾ ਬੀ ਵੈਕਸ ਦੀ ਡਿਮਾਂਡ ਹੈ। ਸਾਡਾ ਦੇਸ਼ ਫਿਲਹਾਲ ਬੀ ਵੈਕਸ ਆਯਾਤ ਕਰਦਾ ਹੈ, ਲੇਕਿਨ ਸਾਡੇ ਕਿਸਾਨ ਹੁਣ ਇਹੀ ਸਥਿਤੀ ਤੇਜ਼ੀ ਨਾਲ ਬਦਲ ਰਹੇ ਨੇ, ਯਾਨੀ ਇੱਕ ਤਰ੍ਹਾਂ ਨਾਲ ਆਤਮ ਨਿਰਭਰ ਭਾਰਤ ਮੁਹਿੰਮ ਵਿੱਚ ਮਦਦ ਕਰ ਰਹੇ ਨੇ। ਅੱਜ ਤਾਂ ਪੂਰੀ ਦੁਨੀਆ ਆਯੁਰਵੇਦ ਅਤੇ ਨੈਚੁਰਲ ਹੈਲਥ ਪ੍ਰੋਡਕਟਸ ਵੱਲ ਵੇਖ ਰਹੀ ਹੈ। ਅਜਿਹੇ ਸਮੇਂ ਹਨੀ ਦੀ ਮੰਗ ਹੋਰ ਵੀ ਤੇਜ਼ੀ ਨਾਲ ਵਧ ਰਹੀ ਹੈ। ਮੈਂ ਚਾਹੁੰਦਾ ਕਿ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀ ਖੇਤੀ ਦੇ ਨਾਲ-ਨਾਲ ਬੀ ਫਾਰਮਿੰਗ ਨਾਲ ਵੀ ਜੁੜਨ। ਇਸ ਨਾਲ ਕਿਸਾਨਾਂ ਦੀ ਆਮਦਨੀ ਵੀ ਵਧੇਗੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਮਿਠਾਸ ਵੀ ਆਏਗੀ। ਮੇਰੇ ਪਿਆਰੇ ਦੇਸ਼ਵਾਸੀਓ, ਅਜੇ ਕੁਝ ਦਿਨ ਪਹਿਲਾਂ ਵਰਲਡ ਸਪੈਰੋ ਡੇ ਮਨਾਇਆ ਗਿਆ। ਸਪੈਰੋ ਯਾਨੀ ਚਿੜੀ। ਕਿਤੇ ਇਸ ਨੂੰ ਚੱਕਲੀ ਕਹਿੰਦੇ ਨੇ, ਕਿਤੇ ਚਿਮਨੀ ਕਹਿੰਦੇ ਨੇ, ਕਿਤੇ ਘਾਨ ਚਿਰੀਕਾ ਕਿਹਾ ਜਾਂਦਾ ਹੈ। ਪਹਿਲਾਂ ਸਾਡੇ ਘਰਾਂ ਦੀਆਂ ਕੰਧਾਂ ਅਤੇ ਆਲੇ-ਦੁਆਲੇ ਦੇ ਦਰੱਖਤਾਂ 'ਤੇ ਚਿੜੀਆਂ ਚਹਿਕਦੀਆਂ ਰਹਿੰਦੀਆਂ ਸਨ, ਲੇਕਿਨ ਹੁਣ ਲੋਕ ਚਿੜੀ ਨੂੰ ਇਹ ਕਹਿ ਕੇ ਯਾਦ ਕਰਦੇ ਨੇ ਕਿ ਪਿਛਲੀ ਵਾਰ ਕਈ ਸਾਲ ਪਹਿਲਾਂ ਚਿੜੀ ਵੇਖੀ ਸੀ। ਅੱਜ ਇਸ ਨੂੰ ਬਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ। ਮੇਰੇ ਬਨਾਰਸ ਦੇ ਇੱਕ ਸਾਥੀ ਇੰਦਰਪਾਲ ਸਿੰਘ ਬਤਰਾ ਜੀ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੂੰ ਮੈਂ ਮਨ ਕੀ ਬਾਤ ਦੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ। ਬਤਰਾ ਜੀ ਨੇ ਆਪਣੇ ਘਰ ਨੂੰ ਹੀ ਚਿੜੀਆਂ ਦਾ ਘਰ ਬਣਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਘਰ ਵਿੱਚ ਲੱਕੜੀ ਦੇ ਅਜਿਹੇ ਆਲ੍ਹਣੇ ਬਣਵਾਏ, ਜਿਸ ਵਿੱਚ ਚਿੜੀਆਂ ਆਸਾਨੀ ਨਾਲ ਰਹਿ ਸਕਣ। ਅੱਜ ਬਨਾਰਸ ਦੇ ਕਈ ਘਰ
ਇਸ ਮੁਹਿੰਮ ਨਾਲ ਜੁੜ ਗਏ ਨੇ। ਇਸ ਨਾਲ ਘਰਾਂ ਵਿੱਚ ਇੱਕ ਅਨੋਖਾ ਕੁਦਰਤੀ ਵਾਤਾਵਰਣ ਵੀ ਬਣ ਗਿਆ ਹੈ। ਮੈਂ ਚਾਹਾਂਗਾ ਕਿ ਕੁਦਰਤ, ਵਾਤਾਵਰਣ, ਪ੍ਰਾਣੀ, ਪੰਛੀ, ਇਨ੍ਹਾਂ ਸਭ ਲਈ ਜਿੰਨਾ ਵੀ ਹੋ ਸਕੇ ਥੋੜ੍ਹਾ ਬਹੁਤ ਕੋਸ਼ਿਸ਼ ਸਾਨੂੰ ਵੀ ਕਰਨੀ ਚਾਹੀਦੀ ਹੈ। ਜਿਵੇਂ ਇੱਕ ਸਾਥੀ ਨੇ ਵਿਜੇ ਕੁਮਾਰ ਕਾਬੀ ਜੀ। ਵਿਜੇ ਜੀ ਉੜੀਸਾ ਦੇ ਕੇਂਦਰਪਾੜਾ ਦੇ ਰਹਿਣ ਵਾਲੇ ਨੇ। ਕੇਂਦਰਪਾੜਾ ਸਮੁੰਦਰ ਦੇ ਕਿਨਾਰੇ ਹੈ। ਇਸ ਜ਼ਿਲ੍ਹੇ ਦੇ ਕਈ ਪਿੰਡ ਅਜਿਹੇ ਨੇ ਜਿਨ੍ਹਾਂ 'ਤੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਅਤੇ ਸਾਈਕਲੋਨ ਦਾ ਖਤਰਾ ਰਹਿੰਦਾ ਹੈ। ਇਸ ਨਾਲ ਕਈ ਵਾਰ ਬਹੁਤ ਨੁਕਸਾਨ ਵੀ ਹੁੰਦਾ ਹੈ। ਵਿਜੇ ਜੀ ਨੇ ਮਹਿਸੂਸ ਕੀਤਾ ਕਿ ਜੇਕਰ ਇਸ ਕੁਦਰਤੀ ਤਬਾਹੀ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਕੁਦਰਤ ਹੀ ਰੋਕ ਸਕਦੀ ਹੈ। ਫਿਰ ਕੀ ਸੀ? ਵਿਜੇ ਜੀ ਨੇ ਬੜਾਕੋਟ ਪਿੰਡ ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ 12 ਸਾਲ, ਸਾਥੀਓ 12 ਸਾਲ ਮਿਹਨਤ ਕਰਕੇ ਪਿੰਡ ਦੇ ਬਾਹਰ ਸਮੁੰਦਰ ਵੱਲ 25 ਏਕੜ ਦਾ ਮੈਂਗਰੋਵ ਜੰਗਲ ਖੜ੍ਹਾ ਕਰ ਦਿੱਤਾ। ਅੱਜ ਇਹ ਜੰਗਲ ਇਸ ਪਿੰਡ ਦੀ ਸੁਰੱਖਿਆ ਕਰ ਰਿਹਾ ਹੈ। ਅਜਿਹਾ ਹੀ ਕੰਮ ਉੜੀਸਾ ਦੇ ਹੀ ਪਾਰਾਦੀਪ ਜ਼ਿਲ੍ਹੇ ਵਿੱਚ ਇੱਕ ਇੰਜੀਨੀਅਰ ਅਮਰੇਸ਼ ਸਾਮੰਤ ਜੀ ਨੇ ਕੀਤਾ ਹੈ। ਅਮਰੇਸ਼ ਜੀ ਨੇ ਛੋਟੇ-ਛੋਟੇ ਜੰਗਲ ਲਗਾਏ ਨੇ ਜਿਨ੍ਹਾਂ ਨਾਲ ਅੱਜ ਕਈ ਪਿੰਡਾਂ ਦਾ ਬਚਾਅ ਹੋ ਰਿਹਾ ਹੈ। ਸਾਥੀਓ, ਇਸ ਤਰ੍ਹਾਂ ਦੇ ਕੰਮਾਂ ਵਿੱਚ ਜੇਕਰ ਅਸੀਂ ਸਮਾਜ ਨੂੰ ਨਾਲ ਜੋੜ ਲਈਏ ਤਾਂ ਵੱਡੇ ਨਤੀਜੇ ਨਿਕਲਦੇ ਨੇ। ਜਿਵੇਂ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਬੱਸ ਕੰਡਕਟਰ ਦਾ ਕੰਮ ਕਰਨ ਵਾਲੇ ਮਰੀ ਮੁਥੂ ਯੋਗਨਾਥਨ ਜੀ ਨੇ। ਯੋਗਨਾਥਨ ਜੀ ਆਪਣੇ ਬੱਸ ਦੇ ਯਾਤਰੀਆਂ ਨੂੰ ਟਿਕਟ ਦਿੰਦੇ ਨੇ ਅਤੇ ਨਾਲ ਹੀ ਇੱਕ ਪੌਦਾ ਵੀ ਮੁਫਤ ਦਿੰਦੇ ਨੇ। ਇਸ ਤਰ੍ਹਾਂ ਯੋਗਨਾਥਨ ਜੀ ਪਤਾ ਨਹੀਂ ਕਿੰਨੇ ਹੀ ਦਰੱਖਤ ਲਗਵਾ ਚੁੱਕੇ ਨੇ। ਯੋਗਨਾਥਨ ਜੀ ਆਪਣੀ ਤਨਖਾਹ ਦਾ ਕਾਫੀ ਹਿੱਸਾ ਇਸੇ ਕੰਮ ਵਿੱਚ ਖਰਚਦੇ ਆ ਰਹੇ ਨੇ। ਹੁਣ ਇਸ ਨੂੰ ਸੁਣਨ ਦੇ ਬਾਅਦ ਅਜਿਹਾ ਕੌਣ ਨਾਗਰਿਕ ਹੋਏਗਾ ਜੋ ਮਰੀ ਮੁਥੂ ਯੋਗਨਾਥਨ ਜੀ ਦੇ ਕੰਮ ਦੀ ਸ਼ਲਾਘਾ ਨਾ ਕਰੇ। ਮੈਂ ਦਿਲੋਂ ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਲਈ ਬਹੁਤ ਵਧਾਈ ਦਿੰਦਾ, ਉਨ੍ਹਾਂ ਦੇ ਇਸ ਪ੍ਰੇਰਿਤ ਕੰਮ ਦੇ ਲਈ। ਮੇਰੇ ਪਿਆਰੇ ਦੇਸ਼ਵਾਸੀਓ, ਵੇਸਟ ਤੋਂ ਵੈਲਥ ਯਾਨੀ ਕਚਰੇ ਤੋਂ ਕੰਚਨ ਬਣਾਉਣ ਦੇ ਬਾਰੇ ਅਸੀਂ ਸਾਰਿਆਂ ਨੇ ਵੇਖਿਆ ਵੀ ਹੈ, ਸੁਣਿਆ ਵੀ ਹੈ ਅਤੇ ਅਸੀਂ ਵੀ ਹੋਰਾਂ ਨੂੰ ਦੱਸਦੇ ਰਹਿੰਦੇ ਹਾਂ। ਕੁਝ ਇਸੇ ਤਰ੍ਹਾਂ ਨਾਲ ਵੇਸਟ ਨੂੰ ਵੈਲਿਊ 'ਚ ਬਦਲਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਉਦਾਹਰਣ ਕੇਰਲ ਦੇ ਕੋਚੀ ਦੇ ਸੇਂਟ ਟੈਰੇਸਾ ਕਾਲਜ ਦਾ ਹੈ। ਮੈਨੂੰ ਯਾਦ ਹੈ ਕਿ ਸਾਲ 2017 ਵਿੱਚ ਮੈਂ ਇਸ ਕਾਲਜ ਦੇ ਕੈਂਪਸ ਵਿੱਚ ਇੱਕ ਬੁੱਕ ਰੀਡਿੰਗ 'ਤੇ ਆਧਾਰਿਤ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਸੀ। ਇਸ ਕਾਲਜ ਦੇ ਸਟੂਡੈਂਟਸ ਰੀਯੂਜ਼ੇਬਲ ਟਾਇਜ਼ ਬਣਾ ਰਹੇ ਨੇ, ਉਹ ਵੀ ਬਹੁਤ ਹੀ ਕ੍ਰਿਏਟਿਵ ਤਰੀਕੇ ਨਾਲ। ਇਹ ਸਟੂਡੈਂਟਸ ਪੁਰਾਣੇ ਕੱਪੜਿਆਂ, ਸੁੱਟੇ ਹੋਏ ਲੱਕੜੀ ਦੇ ਟੁਕੜਿਆਂ, ਬੈਗ ਅਤੇ ਬਾਕਸਿਸ ਦਾ ਇਸਤੇਮਾਲ ਖਿਡੌਣੇ ਬਣਾਉਣ ਵਿੱਚ ਕਰ ਰਹੇ ਨੇ। ਕੋਈ ਵਿਦਿਆਰਥੀ ਪਜ਼ਲ ਬਣਾ ਰਿਹਾ ਤਾਂ ਕੋਈ ਕਾਰ ਅਤੇ ਟ੍ਰੇਨ ਬਣਾ ਰਿਹਾ। ਇੱਥੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਖਿਡੌਣੇ ਸੇਫ ਹੋਣ ਦੇ ਨਾਲ-ਨਾਲ ਚਾਈਲਡ ਫ੍ਰੈਂਡਲੀ ਵੀ ਹੋਣ ਅਤੇ ਇਸ ਪੂਰੀ ਕੋਸ਼ਿਸ਼ ਦੀ ਇੱਕ ਚੰਗੀ ਗੱਲ ਇਹ ਵੀ ਹੈ ਕਿ ਇਹ ਖਿਡੌਣੇ ਆਂਗਣਵਾੜੀ ਬੱਚਿਆਂ ਨੂੰ ਖੇਡਣ ਦੇ ਲਈ ਦਿੱਤੇ ਜਾਂਦੇ ਨੇ। ਅੱਜ ਜਦੋਂ ਭਾਰਤ ਖਿਡੌਣਿਆਂ ਦੀ ਮੈਨੂਫੈਕਚਰਿੰਗ ਵਿੱਚ ਕਾਫੀ ਅੱਗੇ ਵਧ ਰਿਹਾ ਹੈ ਤਾਂ ਵੇਸਟ ਤੋਂ ਵੈਲਿਊ ਦੀ ਇਹ ਮੁਹਿੰਮ, ਇਹ ਨਵੇਂ ਪ੍ਰਯੋਗ ਬਹੁਤ ਮਾਇਨੇ ਰੱਖਦੇ ਨੇ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਇੱਕ ਪ੍ਰੋਫੈਸਰ ਸ਼੍ਰੀਨਿਵਾਸ ਪਦਕਾਂਡਲਾ ਜੀ ਨੇ, ਉਹ ਬਹੁਤ ਹੀ ਰੋਚਕ ਕੰਮ ਕਰ ਰਹੇ ਨੇ। ਉਨ੍ਹਾਂ ਨੇ ਆਟੋਮੋਬਾਈਲ ਮੈਟਲ ਸਕ੍ਰੈਪ ਤੋਂ ਸਕਲਪਚਰਜ਼ ਬਣਾਏ ਨੇ। ਉਨ੍ਹਾਂ ਵੱਲੋਂ ਬਣਾਏ ਗਏ ਇਹ ਵਿਸ਼ਾਲ ਸਕਲਪਚਰਜ਼ ਜਨਤਕ ਪਾਰਕਾਂ ਵਿੱਚ ਲਗਾਏ ਗਏ ਨੇ ਅਤੇ ਲੋਕ ਉਨ੍ਹਾਂ ਨੂੰ ਬਹੁਤ ਉਤਸ਼ਾਹ ਨਾਲ ਵੇਖ ਰਹੇ ਨੇ। ਇਲੈਕਟ੍ਰੌਨਿਕ ਅਤੇ ਆਟੋਮੋਬਾਈਲ ਵੇਸਟ ਦੀ ਰੀਸਾਈਕਲਿੰਗ ਦਾ ਇੱਕ ਨਵਾਂ ਪ੍ਰਯੋਗ ਹੈ। ਮੈਂ ਇੱਕ ਵਾਰ ਫਿਰ ਕੋਚੀ ਅਤੇ ਵਿਜੇਵਾੜਾ ਵਿੱਚ ਹੋ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਅਤੇ ਉਮੀਦ ਕਰਦਾ ਕਿ ਹੋਰ ਲੋਕ ਵੀ ਅਜਿਹੀਆਂ ਕੋਸ਼ਿਸ਼ਾਂ ਵਿੱਚ ਅੱਗੇ ਆਉਣਗੇ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੇ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਨੇ ਤਾਂ ਫ਼ਖਰ ਨਾਲ ਕਹਿੰਦੇ ਨੇ ਕਿ ਉਹ ਭਾਰਤੀ ਨੇ। ਅਸੀਂ ਆਪਣੇ ਯੋਗ, ਆਯੁਰਵੇਦ, ਦਰਸ਼ਨ, ਕੀ ਕੁਝ ਨਹੀਂ ਹੈ ਸਾਡੇ ਕੋਲ ਜਿਸ ਦੇ ਲਈ ਅਸੀਂ ਫ਼ਖਰ ਕਰਦੇ ਹਾਂ ਅਤੇ ਫ਼ਖਰ ਦੀਆਂ ਗੱਲਾਂ ਕਰਦੇ ਹਾਂ। ਨਾਲ ਹੀ ਆਪਣੀ ਸਥਾਨਕ ਭਾਸ਼ਾ, ਬੋਲੀ, ਪਛਾਣ, ਪਹਿਰਾਵੇ, ਖਾਣ-ਪੀਣ, ਉਸ 'ਤੇ ਵੀ ਫ਼ਖਰ ਕਰਦੇ ਹਾਂ। ਅਸੀਂ ਨਵਾਂ ਤਾਂ ਪਾਉਣਾ ਹੀ ਹੈ ਅਤੇ ਉਹੀ ਤਾਂ ਜੀਵਨ ਹੁੰਦਾ ਹੈ, ਲੇਕਿਨ ਨਾਲ-ਨਾਲ ਪੁਰਾਣਾ ਗਵਾਉਣਾ ਵੀ ਨਹੀਂ ਹੈ। ਅਸੀਂ ਬਹੁਤ ਮਿਹਨਤ ਨਾਲ ਆਪਣੇ ਆਲੇ-ਦੁਆਲੇ ਮੌਜੂਦ ਅਥਾਹ ਸੱਭਿਆਚਾਰਕ ਧਰੋਹਰ ਨੂੰ ਪ੍ਰਫੁੱਲਿਤ ਕਰਨਾ ਹੈ, ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਹੀ ਕੰਮ ਅੱਜ ਅਸਮ ਦੇ ਰਹਿਣ ਵਾਲੇ ਸਿਕਾਰੀ ਟਿਸੌ ਬਹੁਤ ਹੀ ਲਗਨ ਦੇ ਨਾਲ ਕਰ ਰਹੇ ਨੇ। ਕਾਰਬੀ ਅੰਗਲੋਂਗ ਜ਼ਿਲ੍ਹੇ ਦੇ ਸਿਕਾਰੀ ਟਿਸੌ
ਪਿਛਲੇ 20 ਸਾਲਾਂ ਤੋਂ ਕਾਰਬੀ ਭਾਸ਼ਾ ਦੀ ਡਾਕੂਮੈਂਟੇਸ਼ਨ ਕਰ ਰਹੇ ਨੇ। ਕਿਸੇ ਜ਼ਮਾਨੇ ਵਿੱਚ, ਕਿਸੇ ਯੁੱਗ ਵਿੱਚ ਕਾਰਬੀ ਆਦਿਵਾਸੀ ਭੈਣ-ਭਰਾਵਾਂ ਦੀ ਭਾਸ਼ਾ ਕਾਰਬੀ ਅੱਜ ਮੁੱਖ ਧਾਰਾ ਤੋਂ ਗਾਇਬ ਹੋ ਰਹੀ ਹੈ। ਸ਼੍ਰੀਮਾਨ ਸਿਕਾਰੀ ਟਿਸੌ ਜੀ ਨੇ ਤੈਅ ਕੀਤਾ ਕਿ ਆਪਣੀ ਇਸ ਪਛਾਣ ਨੂੰ ਉਹ ਬਚਾਉਣਗੇ ਅਤੇ ਅੱਜ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਕਾਰਬੀ ਭਾਸ਼ਾ ਦੀ ਕਾਫੀ ਜਾਣਕਾਰੀ ਡਾਕੂਮੈਂਟਡ ਹੋ ਗਈ ਹੈ। ਉਨ੍ਹਾਂ ਨੂੰ ਆਪਣੇ ਯਤਨਾਂ ਦੇ ਲਈ ਕਈ ਜਗ੍ਹਾ ਸ਼ਲਾਘਾ ਵੀ ਮਿਲੀ ਹੈ ਅਤੇ ਅਵਾਰਡ ਵੀ ਮਿਲੇ ਨੇ। ਮਨ ਕੀ ਬਾਤ ਦੇ ਨਾਲ ਸ਼੍ਰੀਮਾਨ ਸਿਕਾਰੀ ਟਿਸੌ ਜੀ ਨੂੰ ਮੈਂ ਤਾਂ ਵਧਾਈ ਦਿੰਦਾ ਹੀ ਹਾਂ, ਲੇਕਿਨ ਦੇਸ਼ ਦੇ ਕਈ ਕੋਨਿਆਂ ਵਿੱਚ ਇਸੇ ਤਰ੍ਹਾਂ ਦੇ ਕਈ ਸਾਧਕ ਹੋਣਗੇ ਜੋ ਇੱਕ ਕੰਮ ਨੂੰ ਲੈ ਕੇ ਖਪਦੇ ਰਹਿੰਦੇ ਹੋਣਗੇ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਕੋਈ ਵੀ ਨਵੀਂ ਸ਼ੁਰੂਆਤ ਯਾਨੀ ਨਿਊ ਬਿਗਨਿੰਗ ਹਮੇਸ਼ਾ ਬਹੁਤ ਖਾਸ ਹੁੰਦੀ ਹੈ। ਨਿਊ ਬਿਗਨਿੰਗ ਦਾ ਮਤਲਬ ਹੁੰਦਾ ਹੈ ਨਿਊ ਪੋਸੀਬਿਲਿਟੀਜ਼, ਨਵੀਂ ਕੋਸ਼ਿਸ਼ ਅਤੇ ਨਵੀਆਂ ਕੋਸ਼ਿਸ਼ਾਂ ਦਾ ਅਰਥ ਹੈ ਨਵੀਂ ਊਰਜਾ ਅਤੇ ਨਵਾਂ ਜੋਸ਼। ਇਹੀ ਕਾਰਨ ਹੈ ਕਿ ਵੱਖ-ਵੱਖ ਰਾਜਾਂ ਅਤੇ ਖੇਤਰਾਂ ਵਿੱਚ ਅਤੇ ਵਿਭਿੰਨਤਾ ਨਾਲ ਭਰੀ ਸਾਡੀ ਸੰਸਕ੍ਰਿਤੀ ਵਿੱਚ ਕਿਸੇ ਵੀ ਸ਼ੁਰੂਆਤ ਨੂੰ ਤਿਉਹਾਰ ਦੇ ਤੌਰ ਤੇ ਮਨਾਉਣ ਦੀ ਪਰੰਪਰਾ ਰਹੀ ਹੈ ਅਤੇ ਇਹ ਸਮਾਂ ਨਵੀਂ ਸ਼ੁਰੂਆਤ ਅਤੇ ਨਵੇਂ ਤਿਉਹਾਰਾਂ ਦੇ ਆਗਮਨ ਦਾ ਹੈ। ਹੋਲੀ ਵੀ ਤਾਂ ਬਸੰਤ ਨੂੰ ਤਿਉਹਾਰ ਦੇ ਤੌਰ ਤੇ ਹੀ ਮਨਾਉਣ ਦੀ ਇੱਕ ਪਰੰਪਰਾ ਹੈ। ਜਿਸ ਸਮੇਂ ਅਸੀਂ ਰੰਗਾਂ ਦੇ ਨਾਲ ਹੋਲੀ ਮਨਾ ਰਹੇ ਹੁੰਦੇ ਹਾਂ, ਉਸੇ ਸਮੇਂ ਬਸੰਤ ਵੀ ਸਾਡੇ ਆਲੇ-ਦੁਆਲੇ ਨਵੇਂ ਰੰਗ ਬਿਖੇਰ ਰਹੀ ਹੁੰਦੀ ਹੈ। ਇਸੇ ਸਮੇਂ ਫੁੱਲਾਂ ਦਾ ਖਿੜਨਾ ਸ਼ੁਰੂ ਹੁੰਦਾ ਹੈ ਅਤੇ ਕੁਦਰਤ ਤਰੋ-ਤਾਜ਼ਾ ਹੋ ਉੱਠਦੀ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਜਲਦੀ ਹੀ ਨਵਾਂ ਸਾਲ ਵੀ ਮਨਾਇਆ ਜਾਏਗਾ। ਚਾਹੇ ਉਗਾਦੀ ਹੋਵੇ ਜਾਂ ਪੁਥੰਡੂ, ਗੁੜੀ ਪੜਵਾ ਹੋਵੇ ਜਾਂ ਬਿਹੂ, ਨਵਰੇਹ ਹੋਵੇ ਜਾਂ ਪੋਇਲਾ ਬੋਇਸ਼ਾਖ ਜਾਂ ਵਿਸਾਖੀ, ਪੂਰਾ ਦੇਸ਼ ਉਮੰਗ, ਉਤਸ਼ਾਹ ਅਤੇ ਨਵੀਆਂ ਉਮੀਦਾਂ ਦੇ ਰੰਗ ਵਿੱਚ ਰੰਗਿਆ ਦਿਸੇਗਾ। ਇਸੇ ਵੇਲੇ ਕੇਰਲ ਵੀ ਖੂਬਸੂਰਤ ਤਿਉਹਾਰ ਵਿਸ਼ੂ ਮਨਾਉਂਦਾ ਹੈ। ਇਸ ਤੋਂ ਬਾਅਦ ਜਲਦੀ ਹੀ ਚੇਤਰ ਨਵਰਾਤਰੀ ਦਾ ਪਵਿੱਤਰ ਮੌਕਾ ਵੀ ਆਏਗਾ। ਚੇਤਰ ਮਹੀਨੇ ਦੇ 9ਵੇਂ ਦਿਨ ਸਾਡੇ ਇੱਥੇ ਰਾਮ ਨੌਮੀ ਦਾ ਤਿਉਹਾਰ ਹੁੰਦਾ ਹੈ। ਇਸ ਨੂੰ ਭਗਵਾਨ ਰਾਮ ਦੇ ਜਨਮ ਉਤਸਵ ਦੇ ਨਾਲ ਨਿਆਂ ਅਤੇ ਬਹਾਦਰੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਦੌਰਾਨ ਚਾਰ ਚੁਫੇਰੇ ਧੂਮ-ਧਾਮ ਦੇ ਨਾਲ ਭਗਤੀ ਭਾਵ ਨਾਲ ਭਰਿਆ ਮਾਹੌਲ ਹੁੰਦਾ ਹੈ ਜੋ ਲੋਕਾਂ ਨੂੰ ਹੋਰ ਨਜ਼ਦੀਕ ਲਿਆਉਂਦਾ ਹੈ, ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਨਾਲ ਜੋੜਦਾ ਹੈ, ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ। ਇਨ੍ਹਾਂ ਤਿਉਹਾਰਾਂ ਦੇ ਮੌਕੇ ਤੇ ਮੈਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਇਸ ਦੌਰਾਨ 4 ਅਪ੍ਰੈਲ ਨੂੰ ਦੇਸ਼ ਈਸਟਰ ਵੀ ਮਨਾਏਗਾ। ਜੀਸਸ ਕ੍ਰਾਈਸਟ ਦੇ ਪੁਨਰ ਜੀਵਨ ਦੇ ਤਿਉਹਾਰ ਦੇ ਰੂਪ ਵਿੱਚ ਈਸਟਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੰਕੇਤਕ ਰੂਪ ਵਿੱਚ ਕਹੀਏ ਤਾਂ ਈਸਟਰ ਜੀਵਨ ਦੀ ਨਵੀਂ ਸ਼ੁਰੂਆਤ ਨਾਲ ਜੁੜਿਆ ਹੋਇਆ ਹੈ। ਈਸਟਰ ਉਮੀਦਾਂ ਦੇ ਪੁਨਰ ਜੀਵਿਤ ਹੋਣ ਦਾ ਪ੍ਰਤੀਕ ਹੈ। On this holy and auspicious occasion, I greet not only the Christian community in India, but also Christians globally. ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮਨ ਕੀ ਬਾਤ ਵਿੱਚ ਅਸੀਂ ਅੰਮ੍ਰਿਤ ਮਹਾਉਤਸਵ ਅਤੇ ਦੇਸ਼ ਦੇ ਲਈ ਆਪਣੇ ਫਰਜ਼ਾਂ ਦੀ ਗੱਲ ਕੀਤੀ। ਅਸੀਂ ਹੋਰ ਪੁਰਬਾਂ ਅਤੇ ਤਿਉਹਾਰਾਂ ਦੀ ਵੀ ਚਰਚਾ ਕੀਤੀ। ਇਸੇ ਦੌਰਾਨ ਇੱਕ ਹੋਰ ਤਿਉਹਾਰ ਆਉਣ ਵਾਲਾ ਹੈ ਜੋ ਸਾਡੇ ਸੰਵਿਧਾਨਿਕ ਅਧਿਕਾਰਾਂ ਅਤੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ। ਉਹ ਹੈ 14 ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ। ਇਸ ਵਾਰੀ ਅੰਮ੍ਰਿਤ ਮਹਾਉਤਸਵ ਵਿੱਚ ਤਾਂ ਇਹ ਮੌਕਾ ਹੋਰ ਵੀ ਖਾਸ ਬਣ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਬਾਬਾ ਸਾਹਿਬ ਜੀ ਦੀ ਇਸ ਜਨਮ ਜਯੰਤੀ ਨੂੰ ਅਸੀਂ ਜ਼ਰੂਰ ਯਾਦਗਾਰ ਬਣਾਵਾਂਗੇ, ਆਪਣੇ ਫਰਜ਼ਾਂ ਦਾ ਸੰਕਲਪ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਵਾਂਗੇ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਰਵ ਤਿਉਹਾਰਾਂ ਦੀਆਂ ਇੱਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ। ਤੁਸੀਂ ਸਾਰੇ ਖੁਸ਼ ਰਹੋ, ਸਿਹਤਮੰਦ ਰਹੋ ਅਤੇ ਖੂਬ ਖੁਸ਼ੀ ਮਨਾਓ। ਇਸੇ ਕਾਮਨਾ ਦੇ ਨਾਲ ਫਿਰ ਤੋਂ ਯਾਦ ਦਿਵਾਉਣਾ, ਦਵਾਈ ਵੀ, ਕੜਾਈ ਵੀ। ਬਹੁਤ-ਬਹੁਤ ਧੰਨਵਾਦ।